हम अवगुण भरे एक गुण नाही। अमृत छाड़ बिख बिख माया मोह परम पै भूले। सुत दारा स्यो प्रीत लगाई। उत्तम पंथ सुन्यो गुर संगत तेह मिलंत जम त्रास मिटाई। एक अरदास पाठ कीरत की गुर रामदास दास राखो सरणाई। सुकहो टल गुर सेविय अहनिस सहज सुभाए। दर्शन परसय गुरु का जन्म मरण दुख जाए। होवै सिफत खसंदी नूर अरसों गुर सोह चटिया। खुद डठे सच्चे पातशाह मल जन्म जन्म दे। सजन सच्चा पातशाह सिर साहांद साहो। जिस पास बैठया सोहिया सबना दावे साहो। सतनाम श्री वाहिगुरु साहिब जी। देव गंधारी महला पंजवा। उल्टी रे माना उल्टी रे साकत स्यों कर उल्टी रे। झूठा कीरे झूठ परीत छुटकी रे मन छुटकी रे। साकत संग ना छुटकी रे। उल्टी रे मन उल्टी रे साकत स्यों कर उल्टी रे। झूठा कीरे झूठ परीत छुटकी रे मन छुटकी रे। साकत संग ना छुटकी रे। रहाओ ज्यो काजर पर मंदर राख्यो जो पैसा का लुखी रे। दूर हो ही ते भाग गयो है जिस गुर मिल छुटकी त्रिकुटी रे। मांगो दान कृपाल कृपा निध मेरा मुख साकत संग ना जुट सीरे। जन नानक दास दास को करियो मेरा मूड साध पगा हेठ रुड़सी रे। मांगो दान कृपाल कृपा निध मेरा मुख साकत संग ना जुट सीरे। जन नानक दास दास को करियो मेरा मूड साध पगा हेठ रुड़सी रे। वाहिगुरु जी का खालसा वाहिगुरु जी की फतेह। जोगो जोग अटल सतगुरु
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਮਨੋਹਰ ਬਾਣੀ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਸਤਿਗੁਰਾਂ ਦੀ ਬਾਣੀ ਇਸ ਜਗਤ ਵਿੱਚ ਚਾਨਣਾ ਹੈ, ਪ੍ਰਕਾਸ਼ ਹੈ। ਸਤਿਗੁਰਾਂ ਦੀ ਜਦੋਂ ਮਿਹਰ ਵਰਤਦੀ ਹੈ, ਕਰਮ ਦਾ ਮਤਲਬ ਬਖਸ਼ਿਸ਼ ਹੁੰਦੀ ਹੈ, ਤਾਂ ਇਹ ਗੁਰਬਾਣੀ ਫਿਰ ਮਨ ਵਿੱਚ ਆ ਕੇ ਹਿਰਦੇ ਵਿੱਚ ਆ ਕੇ ਵਸਦੀ। ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਤਿਕਾਰ ਜਦੋਂ ਬਾਹਰੋਂ ਅਸੀਂ ਕਈ ਪ੍ਰਕਾਰ ਦੀਆਂ ਕਿਰਿਆਵਾਂ ਕਰਦੇ ਹਾਂ ਤਾਂ ਉਹਦਾ ਅਸਰ ਸਾਡੇ ਅੰਦਰਲੇ ਮਨ ਤੇ ਹੁੰਦਾ ਹੈ। ਕਰਮਾਂ ਤੋਂ ਹੀ ਸੰਸਕਾਰ ਬਣਦੇ ਨੇ। ਜੇ ਸਾਡੇ ਬਾਹਰਲੇ ਵਰਤਣ ਵਿੱਚ ਸਤਿਗੁਰਾਂ ਦੀ ਬਾਣੀ ਦਾ ਅਦਬ ਸਤਿਕਾਰ ਅਸੀਂ ਆਪਣੇ ਹਿਰਦੇ 'ਚ ਰੱਖਾਂਗੇ ਔਰ ਕਰਾਂਗੇ, ਤਾਂ ਫਿਰ ਗੁਰਬਾਣੀ ਦੀ ਮਹੱਤਤਾ, ਗੁਰਬਾਣੀ ਦਾ ਮਹਾਤਮ ਉਹ ਫਿਰ ਹਿਰਦੇ ਵਿੱਚ ਆ ਕੇ ਵਸਦਾ। ਅਕਸਰ ਵੇਖਣ ਵਿੱਚ ਆਉਂਦਾ ਹੈ, ਕਈ ਵਾਰ ਅਸੀਂ ਬੇਸਮਝੀ ਵਿੱਚ, ਨਾ ਸਮਝੀ ਵਿੱਚ ਗੁਰਬਾਣੀ ਦਾ ਨਿਰਾਦਰ ਕਰਦੇ ਹਾਂ। ਨਾ ਸਮਝੀ ਇਸ ਕਰਕੇ ਕਹਾਂਗਾ ਕਿ ਬੋਧ ਨਹੀਂ ਹੁੰਦਾ, ਪਰ ਜੇ ਕੋਈ ਬੋਧ ਦੇਵੇ ਤੇ ਫਿਰ ਅੱਗੋਂ ਅਸੀਂ ਗੁੱਸਾ ਮਨਾਉਂਦੇ ਹਾਂ ਵੀ ਤੂੰ ਕੌਣ ਹੁੰਦਾ ਮੈਨੂੰ ਟੋਕਣ ਵਾਲਾ। ਗੁਰਬਾਣੀ ਦੀ ਪੋਥੀ ਹੱਥ ਵਿੱਚ ਫੜੀ ਹੁੰਦੀ ਹੈ ਇੱਕ 'ਚ, ਦੂਜੇ ਹੱਥ ਨਾਲ ਪੈਰ ਤੇ ਖੁਰਕ ਕਰਦਾ ਹੁੰਦਾ ਹੈ। ਦੁਬਾਰਾ ਫੇਰ ਉਹੀ ਹੱਥ ਗੁਰਬਾਣੀ ਦੀ ਉਸ ਪੋਥੀ ਨੂੰ ਲਾ ਦਿੰਦਾ। ਔਰ ਕਈ ਵਾਰ ਕਈ ਐਸੇ ਲੋਕ ਵੀ ਹਨ ਜਿਨ੍ਹਾਂ ਨੂੰ ਆਦਤ ਹੁੰਦੀ ਹੈ ਵੀ ਜਦੋਂ ਕੋਈ ਪੇਜ ਪਲਟਣਾ ਹੁੰਦਾ ਹੈ ਤੇ ਉਹ ਆਪਣੀ ਉਂਗਲ ਜੀਭ ਦੇ ਨਾਲ ਲਾ ਕੇ ਉਦਾਂ ਪੇਜ ਪਰਤਦੇ। ਇਹ ਬੜੀ ਵੱਡੀ ਬੇਅਦਬੀ ਹੈ। ਜਦੋਂ ਅਸੀਂ ਆਪ ਖੁਦ ਗੁਰਬਾਣੀ ਦਾ ਅਦਬ ਰੱਖਾਂਗੇ, ਸਤਿਕਾਰ ਕਰਾਂਗੇ, ਤਾਂ ਦੂਸਰਿਆਂ ਨੇ ਸਾਨੂੰ ਵੇਖ ਕੇ ਸਿੱਖਣਾ। ਅਸੀਂ ਤਾਂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ, ਗੁਰਬਾਣੀ ਨੂੰ ਪਰਮੇਸ਼ਰ ਦਾ ਸਵਰੂਪ ਮੰਨਦੇ ਹਾਂ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰੂ ਸਾਹਿਬ ਦੀ ਬਾਣੀ ਪਰਮੇਸ਼ਰ ਦਾ ਸਰੂਪ ਹੈ। ਅਕਾਲ ਪੁਰਖ ਤੇ ਗੁਰਬਾਣੀ ਵਿੱਚ ਕੋਈ ਭੇਦ, ਕੋਈ ਫਰਕ ਨਹੀਂ। ਕਈ ਵਾਰ ਨੱਕ ਦੇ ਵਿੱਚ ਵੀ ਉਂਗਲ ਮਾਰਦੇ ਆ, ਉਹੀ ਹੱਥ ਪੋਥੀ ਨੂੰ ਲਾ ਦਿੰਦੇ। ਨਿਤਨੇਮ ਕਰਨ ਵੇਲੇ ਅਗਰ ਸਰੀਰ ਦੇ ਕਿਸੇ ਹਿੱਸੇ ਤੇ ਖੁਰਕ ਹੁੰਦੀ ਹੈ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਹੱਥਾਂ ਨੂੰ ਕਿਸੇ ਹਜੂਰੀਏ ਦੇ ਨਾਲ ਢੱਕ ਲਈਏ,
ਗਲ 'ਚ ਹਜੂਰੀਆ ਪਾ ਲਈਏ, ਜੇ ਚਿਹਰੇ ਤੇ ਕਿਤੇ ਖੁਰਕ ਹੋਵੇ ਉਹ ਹਜੂਰੀਏ ਦੇ ਨਾਲ ਗਲ 'ਚ ਪਾਇਆ ਜਿਹੜਾ ਸਰੋਪਾ ਹੁੰਦਾ, ਹਜੂਰੀਆ ਹੁੰਦਾ, ਉਹਦੀ ਵਰਤੋਂ ਕੀਤੀ ਜਾ ਸਕਦੀ। ਉਰੇ ਅਦਬ ਸਤਕਾਰ ਅਸੀਂ ਗੁਰਬਾਣੀ ਦਾ ਰੱਖਣਾ। ਫਿਰ ਅਗਰ ਗੁਰਬਾਣੀ ਪੜ੍ਹ ਰਹੇ ਹਾਂ ਤੇ ਸਾਡੇ ਸਰਾਣੇ ਵਾਲੇ ਪਾਸੇ ਕੋਈ ਬੈਠਾ ਹੈ ਤੇ ਅਸੀਂ ਪੈਂਦ ਵਾਲੇ ਪਾਸੇ ਬੈਠੇ, ਤੇ ਗੁਰਬਾਣੀ ਪੜ੍ਹਨ ਵਾਲੇ ਨੂੰ ਪੈਂਦ ਵਾਲੇ ਪਾਸੇ ਨਹੀਂ ਬਿਠਾਉਣਾ, ਉਸ ਨੂੰ ਸਰਾਣੇ ਵਾਲੇ ਪਾਸੇ ਸਤਿਕਾਰ ਨਾਲ ਬਿਠਾਉਣਾ। ਇਹ ਅਦਬ ਹੈ, ਇਹ ਸਤਿਕਾਰ ਹੈ। ਸਾਡੇ ਕਹਿਣ ਨਾਲ ਮੇਰੇ ਸਾਹਿਬ ਨੇ ਵੱਡਾ ਨਹੀਂ ਹੋ ਜਾਣਾ ਤੇ ਸਾਡੇ ਕਹਿਣ ਨਾਲ ਮੇਰੇ ਸਾਹਿਬ ਨੇ ਛੋਟਾ ਵੀ ਨਹੀਂ ਹੋ ਜਾਣਾ। ਪਰ ਜੇ ਅਸੀਂ ਸਾਹਿਬ ਨੂੰ ਵੱਡਾ ਕਰਕੇ ਸਲਾਹਾਂਗੇ, ਵੱਡਾ ਕਰਕੇ ਕਥਨ ਕਰਾਂਗੇ ਤਾਂ ਸਤਿਗੁਰਾਂ ਨੇ ਸਾਨੂੰ ਓਨਾ ਹੀ ਵੱਡਾ ਕਰ ਦੇਣਾ। ਗੁਰੂ ਸਾਹਿਬ ਜੀ ਨੂੰ ਕੋਈ ਫਰਕ ਨਹੀਂ, ਉਹ ਤਾਂ ਸੰਗ ਹਨ, ਫਰਕ ਸਾਨੂੰ ਪੈਣਾ। ਸਤਿਗੁਰਾਂ ਦੀ ਬਾਣੀ ਦਾ ਅਦਬ ਰੱਖੀਏ, ਸਤਿਕਾਰ ਰੱਖੀਏ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਹਾਜ਼ਰ ਹੁੰਦੇ ਹਾਂ, ਉਸ ਵਕਤ ਸਤਿਗੁਰਾਂ ਦਾ ਅਦਬ ਭੈ ਹਿਰਦੇ 'ਚ ਹੋਣਾ ਚਾਹੀਦਾ ਕਿ ਸਤਿਗੁਰੂ ਜੀ ਪ੍ਰਗਟ ਗੁਰਾਂ ਕੀ ਦੇਹ ਰੂਪ ਵਿੱਚ ਪ੍ਰਤੱਖ ਹਨ। ਭੈ ਰੱਖਣਾ। ਸਤਵੇਂ ਪਾਤਸ਼ਾਹ ਦੇ ਬਚਨ ਨੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਗੁਰਬਾਣੀ ਦਾ ਭੈ ਅਦਬ ਨਹੀਂ ਰੱਖਦਾ ਉਹ ਸਾਡਾ ਸਿੱਖ ਨਹੀਂ ਹੈ। ਸਾਡੇ ਮੋਬਾਈਲ ਫੋਨ ਉਹ ਮਹਾਰਾਜ ਜੀ ਦੀ ਹਜ਼ੂਰੀ 'ਚ ਵੱਜਦੇ ਰਹਿੰਦੇ ਆ। ਅਗਰ ਕਿਸੇ ਅਫਸਰ ਨੂੰ ਮਿਲਣ ਜਾਣਾ ਹੋਵੇ ਤੇ ਪਹਿਲਾਂ ਅਸੀਂ ਵੇਖਦੇ ਹਾਂ ਵੀ ਇਹਨੂੰ ਬੰਦ ਕਰੀਏ, ਵੀ ਉਹਦੇ ਸਾਹਮਣੇ ਬੋਲ ਪਿਆ ਤਾਂ ਗੁੱਸੇ ਹੋਵੇ। ਯਾਨੀ ਕਿ ਇੱਕ ਸਧਾਰਨ ਜਿਹਾ ਵਿਅਕਤੀ ਅਗਰ ਦੁਨੀਆ ਦੀ ਇੱਕ ਛੋਟੀ ਜਿਹੀ ਪਦਵੀ ਤੇ ਬੈਠਾ, ਉਹਦਾ ਸਾਨੂੰ ਡਰ ਹੈ। ਦੀਨ ਤੇ ਦੁਨੀਆ ਦੇ ਪਾਤਸ਼ਾਹ ਦਾ ਸਾਨੂੰ ਕੋਈ ਭੈ ਨਹੀਂ, ਉਹਨਾਂ ਦਾ ਸਾਨੂੰ ਕੋਈ ਡਰ ਨਹੀਂ। ਇਹ ਬੇਅਦਬੀਆਂ ਹਨ ਸਤਿਗੁਰਾਂ ਦੀਆਂ। ਔਰ ਜੇ ਗੁਰਸਿੱਖ ਬੇਅਦਬੀ ਕਰੇਗਾ ਤਾਂ ਫਿਰ ਦੂਸਰਿਆਂ ਨੂੰ ਕਿਵੇਂ ਕਹੇਗਾ ਕਿ ਭਾਈ ਸੁਚੇਤ ਰਹੋ। ਐਸੇ ਐਸੇ ਗੁਰਸਿੱਖ ਨੇ ਸਤਿਗੁਰਾਂ ਪ੍ਰਤੀ ਇਤਨਾ ਅਦਬ ਭਾਵ ਸਤਿਕਾਰ ਰੱਖਦੇ ਨੇ, ਗੁਰੂ ਪਾਤਸ਼ਾਹ ਨੂੰ ਪ੍ਰਤੱਖ ਨਾਰਾਇਣ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਜਾਣਦੇ ਹਨ ਔਰ ਪ੍ਰਗਟ ਗੁਰਾਂ ਕੀ ਦੇਹ ਕਰਕੇ ਜਾਣਦੇ ਹਨ। ਪ੍ਰਗਟ ਗੁਰਾਂ ਕੀ ਦੇਹ ਕਰਕੇ ਜਾਣਦੇ ਹਾਂ ਤਦੇ ਸਾਹਿਬ ਦੇ ਉੱਤੇ ਸੋਹਣਾ ਚੰਦੋਆ ਤਾਣਦੇ ਹਾਂ। ਗਰਮੀਆਂ ਸਰਦੀਆਂ ਵਿੱਚ ਉਸੇ ਤਰ੍ਹਾਂ ਦਾ ਪ੍ਰਬੰਧ ਕਰਦੇ ਹਾਂ। ਤੋ ਇਹ ਭਾਵਨਾ, ਇਹ ਸਤਿਕਾਰ, ਗੁਰਬਾਣੀ ਪ੍ਰਤੀ ਅਦਬ ਸਾਡੇ ਹਿਰਦਿਆਂ ਵਿੱਚ ਅਤੀ ਅਵਸ਼ਕ ਹੈ, ਜ਼ਰੂਰੀ ਹੈ। ਜਦੋਂ ਗੁਰਬਾਣੀ ਦਾ ਅਦਬ ਕਰਾਂਗੇ, ਗੁਰਬਾਣੀ ਦਾ ਸਤਿਕਾਰ ਕਰਾਂਗੇ, ਫਿਰ ਉਹ ਗੁਰਬਾਣੀ ਸਾਡੇ ਹਿਰਦੇ 'ਚ ਵਸੇਗੀ। ਜਿਸ ਦੀ ਅਸੀਂ ਪੂਜਾ ਕਰਦੇ ਹਾਂ ਫਿਰ ਉਹ ਸਾਡੇ ਹਿਰਦੇ 'ਚ ਉਤਰਦਾ। ਤੇ ਜੇ ਪੂਜਾ ਹੀ ਨਹੀਂ ਕਰਨੀ, ਅਦਬ ਭਾਵ ਹੀ ਨਹੀਂ ਰੱਖਣਾ, ਤੇ ਫਿਰ ਹਿਰਦੇ 'ਚ ਕਿਵੇਂ ਉਤਰੇਗੀ? ਫਿਰ ਅਸੀਂ ਕਹਿੰਦੇ ਹਾਂ ਗੁਰਬਾਣੀ ਪੜ੍ਹਦਿਆਂ ਸਾਡਾ ਮਨ ਨਹੀਂ ਟਿਕਦਾ। ਉਹ ਤਾਂ ਤਦੇ ਟਿਕੇ ਗੁਰਬਾਣੀ ਦਾ ਪਹਿਲਾ ਅਦਬ ਕੀਤਾ ਹੋਵੇਗਾ, ਫਿਰ ਉਹ ਗੁਰਬਾਣੀ ਦਾ ਇੱਕ ਇੱਕ ਅੱਖਰ ਹਿਰਦੇ 'ਚ ਵਸਦਾ। ਔਰ ਇਹ ਐਸੀ ਅੰਮ੍ਰਿਤਮਈ ਗੁਰਬਾਣੀ ਹੈ ਕਿ ਜੇ ਕਿਤੇ ਇੱਕ ਅੱਖਰ ਵੀ ਹਿਰਦੇ 'ਚ ਵਸ ਗਿਆ ਤਾਂ ਓਨੇ ਨਾਲ ਹੀ ਨਿਹਾਲ ਹੋ ਜਾਵਾਂਗੇ। ਵਾਹਿਗੁਰੂ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜੇ ਇੱਕ ਅੱਖਰ ਵੀ ਹਿਰਦੇ 'ਚ ਵਸ ਗਿਆ ਤਾਂ ਬਸ ਨਿਹਾਲ। ਤੋ ਗੁਰਬਾਣੀ ਦੇ ਅਦਬ ਭਾਵ ਵਾਸਤੇ ਆਪਣੇ ਹਿਰਦੇ 'ਚ ਯਤਨ ਕਰਿਆ ਕਰੀਏ। ਅਗਰ ਕੋਈ ਅਣਭੋਲ ਪੁਣੇ ਵਿੱਚ
ਸਾਡੀਆਂ ਅੱਖਾਂ ਦੇ ਸਾਹਮਣੇ ਗੁਰਬਾਣੀ ਦਾ ਸਾਨੂੰ ਨਿਰਾਦਰ ਕਰਦਾ ਦਿਸੇ ਤਾਂ ਉਹਨੂੰ ਪਿਆਰ ਸਤਿਕਾਰ ਸਹਿਤ ਸਮਝਾਉਣਾ ਸਾਡਾ ਫਰਜ਼। ਹਾਂ, ਜੇ ਕੋਈ ਜਾਣ ਬੁੱਝ ਕੇ ਕਰੇ ਉਹਦੇ ਲਈ ਦੰਡ ਦਾ ਪ੍ਰਾਵਧਾਨ ਹੈ, ਪਰ ਜੇ ਕਿਸੇ ਨੇ ਅਣਭੋਲ ਪੁਣੇ ਦੇ ਵਿੱਚ ਜਿਸ ਨੂੰ ਗਿਆਨ ਨਹੀਂ, ਬੋਧ ਨਹੀਂ, ਤਾਂ ਉਹਨੂੰ ਅਦਬ ਨਾਲ ਸਤਿਕਾਰ ਨਾਲ ਗੁਰਬਾਣੀ ਦਾ ਅਦਬ ਰੱਖਣਾ, ਸਤਿਕਾਰ ਰੱਖਣਾ, ਉਹਦੀ ਸਿੱਖਿਆ ਦੇਣੀ। ਅੰਮ੍ਰਿਤ ਵੇਲੇ ਗੁਰਬਾਣੀ ਦੇ ਇਸ ਮਹਾਨ ਬ੍ਰਹਮ ਗਿਆਨ ਦੇ ਵਿੱਚੋਂ ਸਾਨੂੰ ਅੱਜ ਦਾ ਜੋ ਪਾਵਨ ਸ਼ਬਦ ਪ੍ਰਾਪਤ ਹੋਇਆ ਹੈ, ਭਾਈ ਸਾਹਿਬ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਤੇ ਬਿਰਤੀਆਂ ਨੂੰ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾ। ਉਲਟੀ ਰੇ ਮਨ ਉਲਟੀ ਰੇ। ਰਾਗ ਦੇਵ ਗੰਧਾਰੀ ਹੈ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ। ਉਲਟੀ ਰੇ ਮਨ ਉਲਟੀ ਰੇ। ਹੇ ਮੇਰਿਆ ਮਨਾ, ਜਿਨ੍ਹਾਂ ਦੀ ਰੱਬ ਵੱਲੋਂ ਸੁਰਤ ਉਲਟੀ ਹੋਈ ਹੈ, ਜਿਨ੍ਹਾਂ ਨੇ ਰੱਬ ਵੱਲੋਂ ਮੂੰਹ ਫੇਰਿਆ ਹੋਇਆ, ਪਰਮੇਸ਼ਰ ਵੱਲੋਂ ਮੂੰਹ ਫੇਰਿਆ ਹੋਇਆ, ਮੇਰਿਆ ਮਨਾ ਤੂੰ ਉਹਨਾਂ ਵੱਲੋਂ ਮੂੰਹ ਫੇਰ ਲੈ। ਸਿੱਧਾ ਸਪਸ਼ਟ ਹੈ। ਜਿਨ੍ਹਾਂ ਨੇ ਰੱਬ ਵੱਲੋਂ ਤੋੜੀ ਹੋਈ ਹੈ ਤੂੰ ਉਹਨਾਂ ਨਾਲੋਂ ਤੋੜ ਲੈ, ਕਿਉਂਕਿ ਜਿਨ੍ਹਾਂ ਨੇ ਰੱਬ ਨਾਲੋਂ ਤੋੜੀ ਹੋਈ ਆ ਉਹ ਫਿਰ ਤੈਨੂੰ ਵੀ ਤੋੜ ਦੇਣਗੇ। ਉਹ ਆਪਣਾ ਅਸਰ, ਆਪਣਾ ਪ੍ਰਭਾਵ ਤੇਰੇ ਤੇ ਵੀ ਪਾਉਣਗੇ। ਰੱਬ ਵੱਲੋਂ ਟੁੱਟਿਆ ਹੋਇਆ ਤਾਂ ਤੂੰ ਆਪਣੀ ਸੁਰਤ ਉਲਟਾ ਲੈ, ਉਹਨਾਂ ਵੱਲੋਂ ਆਪਣੀ ਬਿਰਤੀ ਉਲਟਾ ਲੈ। ਉਲਟੀ ਰੇ ਮਨ ਉਲਟੀ ਰੇ। ਉਲਟਾ ਲੈ ਮਨ ਕਰਕੇ, ਬਚਨ ਕਰਕੇ ਵੀ ਆਪਣੀ ਪ੍ਰੀਤ ਨੂੰ, ਆਪਣੇ ਮਨ ਨੂੰ ਉਲਟਾ ਲੈ। ਹਾਂਜੀ, ਕਿਹਨਾਂ ਤੋਂ ਉਲਟਾ ਲੈ ਅੱਗੇ ਦੱਸਦੇ ਨੇ। ਸਾਕਤ ਸਿਉ ਕਰ ਉਲਟੀ ਰੇ। ਮਨ ਕਰਕੇ, ਬਚਨ ਕਰਕੇ ਔਰ ਕਰਮ ਕਰਕੇ ਜਿਹੜੇ ਸਾਕਤ ਤੇ ਦੁਰਜਨ ਲੋਕ ਨੇ ਉਹਨਾਂ ਤੋਂ ਉਲਟੀ ਕਰ ਲੈ, ਯਾਨੀ ਕਿ ਉਹਨਾਂ ਤੋਂ ਆਪਣਾ ਮੂੰਹ ਫੇਰ ਲੈ। ਸਾਕਤਾਂ ਨਾਲ ਮੂੰਹ ਨਹੀਂ ਜੋੜਨਾ। ਸਾਕਤ ਦਾ ਮਤਲਬ ਮਨਮੁਖ, ਸਾਕਤ ਦਾ ਮਤਲਬ ਉਹ ਦੁਰਜਨ ਭੱਦੇ ਲੋਕ ਜਿਹੜੇ ਗੁਰੂ ਤੋਂ, ਗੁਰੂ ਕੀ ਬਾਣੀ ਤੋਂ, ਧਰਮ ਤੋਂ, ਧਰਮ ਦੇ ਸਿਧਾਂਤਾਂ ਤੋਂ ਟੁੱਟੇ ਹੋਏ ਲੋਕ ਨੇ, ਜਿਨ੍ਹਾਂ ਅੰਦਰ ਸਾਹਿਬ ਦਾ ਭੈ ਨਹੀਂ, ਗੁਰਬਾਣੀ ਦਾ ਅਦਬ ਨਹੀਂ, ਸਤਿਕਾਰ ਨਹੀਂ, ਜਿਨ੍ਹਾਂ ਅੰਦਰ ਧਰਮ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਅਦਬ ਨਹੀਂ, ਉਹਨਾਂ ਵੱਲੋਂ ਆਪਣੀ ਸੁਰਤ ਨੂੰ ਉਲਟਾ ਲੈ। ਉਹਨਾਂ ਨਾਲ ਆਪਣੀ ਪ੍ਰੀਤ ਨੂੰ ਨਹੀਂ ਜੋੜਨਾ। ਉਹਨਾਂ ਨਾਲ ਕਤਈ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰਨਾ। ਤਿੰਨ ਵਾਰੀ ਆ ਗਿਆ, ਇਹਦਾ ਮਤਲਬ ਮਨ, ਬਚ, ਕਰਮ ਕਰਕੇ ਉਹਨਾਂ ਤੋਂ ਉਲਟਾ ਲੈ ਆਪਣੇ ਆਪ। ਇਸ ਤਰ੍ਹਾਂ ਵੀ ਮਹਾਂਪੁਰਸ਼ਾਂ ਨੇ ਅਰਥ ਕੀਤਾ ਵੀ ਜਿਹੜੇ ਰੱਬ ਵੱਲੋਂ ਉਲਟੇ ਹੋਏ ਨੇ ਤੂੰ ਉਹਨਾਂ ਵੱਲੋਂ ਆਪਣੀ ਸੁਰਤ ਉਲਟਾ ਲੈ। ਜਿਹੜੇ ਸਾਕਤ ਤੇ ਦੁਰਜਨ ਲੋਕ ਨੇ ਉਹਨਾਂ ਤੋਂ ਹੈ ਮੇਰੇ ਮਨ ਤੂੰ ਆਪਣੇ ਆਪ ਨੂੰ ਉਲਟਾ ਲੈ। ਹਾਂਜੀ, ਝੂਠੈ ਕੀਰੇ ਝੂਠ ਪਰੀਤ, ਛੁਟ ਕੀਰੇ ਮਨ ਛੁਟ ਕੀਰੇ, ਸਾਕਤ ਸੰਗ ਨਾ ਛੁਟ ਕੀਰੇ। ਇਹਨਾਂ ਝੂਠਿਆਂ ਦੀ ਪ੍ਰੀਤ ਵੀ ਝੂਠੀ। ਹੁਣ ਭਾਵੇਂ ਤੈਨੂੰ ਕਹਿੰਦੇ ਹੋਣ
ਕਿ ਸੱਜਣਾ ਅਸੀਂ ਤੇਰੇ ਨਾਲ ਪ੍ਰੀਤ ਕਰਦੇ ਹਾਂ ਤੇ ਤੂੰ ਸਾਡੇ ਪਿੱਛੇ ਆਹ ਕੰਮ ਵੀ ਨਹੀਂ ਕਰ ਸਕਦਾ। ਕਾਹਦੀ ਯਾਰੀ ਹੈ, ਤੂੰ ਮੇਰੇ ਪਿੱਛੇ ਇੱਕ ਪੈਗ ਨਹੀਂ ਲਾ ਸਕਦਾ। ਕਹਿੰਦੇ ਹੁੰਦੇ ਆ ਸ਼ਰਾਬੀ, ਜਦੋਂ ਉਸ ਸ਼ਰਾਬ ਦੇ ਨਸ਼ੇ 'ਚ ਧੁੱਤ ਹੋਏ ਦਾ ਲੀਵਰ ਗਲਦਾ ਨਾ, ਤੇ ਫਿਰ ਉਹ ਨਹੀਂ ਆਉਂਦੇ ਵੀ ਸਾਡੇ ਲੀਵਰ ਦਾ ਅੱਧਾ ਹਿੱਸਾ ਤੈਨੂੰ ਦੇ ਦਿੰਦੇ। ਸਾਖਤ ਬੰਦਾ ਹਮੇਸ਼ਾ ਝੂਠੀ ਪ੍ਰੀਤ ਦਾ ਵਿਖਾਵਾ ਕਰੇਗਾ। ਯਾਰ ਤੂੰ ਮੇਰੇ ਪਿੱਛੇ ਆ ਨਹੀਂ ਕਰ ਸਕਦਾ, ਮੈਂ ਤੇਰੇ ਨਾਲ ਇੰਨਾ ਪ੍ਰੇਮ ਕਰਦਾ, ਤੂੰ ਮੇਰੇ ਪਿੱਛੇ ਅੱਜ ਗੁਰਦੁਆਰਾ ਜਾਣਾ ਕੈਂਸਲ ਨਹੀਂ ਕਰ ਸਕਦਾ। ਏਦਾਂ ਹੁੰਦੇ ਆ ਸਾਖਤ। ਉਹਨਾਂ ਦੀ ਪ੍ਰੀਤ ਝੂਠੀ ਹੈ ਔਰ ਛੁਟਕ ਜਾਣੀ ਹੈ। ਝੂਠੇ ਦੀ ਪ੍ਰੀਤ ਵੀ ਝੂਠੀ, ਛੁਟਕੀ ਰੇ ਮਨ ਛੁਟਕੀ ਰੇ। ਮਨਾ ਉਹ ਅੱਜ ਨਹੀਂ ਕੱਲ ਛੁੱਟ ਜਾਣੀ, ਉਹਨਾਂ ਦੀ ਪ੍ਰੀਤ ਨਾਲ ਨਹੀਂ ਨਿਭਣੀ। ਉਹੀ ਲੋਕ ਫਿਰ ਕਹਿੰਦੇ ਸੁਣਾਈ ਦਿੰਦੇ ਨੇ, ਭਈ ਤੂੰ ਕੀਤਾ ਤੂੰ ਭੋਗ। ਯਾਰੀ ਦੋਸਤੀ ਦਾ ਮਤਲਬ ਇਹ ਥੋੜੀ ਆ ਵੀ ਮਾੜੇ ਕੰਮ ਤੂੰ ਕਰੇ ਤੇ ਲੇਖਾ ਤੇਰੇ ਨਾਲ ਮੈਂ ਦਿਆਂ। ਇੱਕਦਮ ਆਪਣਾ ਪਾਸਾ ਪਲਟ ਜਾਂਦੇ। ਇਸ ਕਰਕੇ ਉਹਨਾਂ ਸਾਖਤਾਂ ਵੱਲੋਂ ਆਪਣੀ ਸੁਰਤ ਨੂੰ ਉਲਟਾ ਲੈ, ਕਿਉਂਕਿ ਜੇ ਤੂੰ ਉਹਨਾਂ ਸਾਖਤਾਂ ਦੇ ਸੰਗ ਦੇ ਵਿੱਚ ਲੱਗਾ ਰਿਹਾ, ਸਾਖਤ ਸੰਗ ਨਾ ਛੁਟਕੀ ਰੇ, ਤੂੰ ਜੰਮਾਂ ਦੀ ਮਾਰ ਤੋਂ ਨਹੀਂ ਛੁੱਟ ਸਕੇਗਾ। ਉਹਨਾਂ ਦਾ ਸੰਗ ਕਰਕੇ ਤੂੰ ਛੁਟਕ ਨਹੀਂ ਸਕੇਗਾ, ਤੂੰ ਬੰਧਨਾਂ ਤੋਂ ਮੁਕਤ ਨਹੀਂ ਹੋ ਸਕੇਗਾ। ਰਹਾਉ ਹੁਣ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਸਾਖਤਾਂ ਦੇ ਸੰਗ ਵਿੱਚੋਂ ਤੂੰ ਕਿਵੇਂ ਨਹੀਂ ਛੁਟਕੇਗਾ, ਜਿਉ ਮੁਕਤ ਨਹੀਂ ਹੋਵੇਂਗਾ। ਉਦਾਹਰਣ ਦੇ ਕੇ ਦੱਸਦੇ ਨੇ, ਜਿਉ ਕਾਜਰ ਪਰ ਮੰਦਰ ਰਾਖਿਓ, ਜੋ ਪੈਸਾ ਕਾ ਲੁਖੀ ਰੇ। ਜਿਵੇਂ ਕਿਸੇ ਨੇ ਕੱਜਲ ਦੀ ਕੋਠੜੀ ਹੋਵੇ, ਉਹਦੇ ਵਿੱਚ ਜਾ ਵੜੇ ਤੇ ਕੱਜਲ ਦੀ ਕਾਲਖ ਦੀ ਉਸ ਕੋਠੀ ਵਿੱਚ ਜਿਹੜਾ ਜਾਏਗਾ ਉਹ ਕਾਲਾ ਹੋਵੇਗਾ ਹੀ ਹੋਵੇਗਾ। ਉਹਦੇ ਕੱਪੜਿਆਂ ਤੇ ਹੱਥਾਂ ਪੈਰਾਂ ਤੇ ਕਾਲਖ ਲੱਗੇਗੀ ਹੀ ਲੱਗੇਗੀ, ਉਹ ਬਚ ਕੇ ਨਹੀਂ ਬਾਹਰ ਨਿਕਲ ਸਕਦਾ। ਇਸੇ ਤਰ੍ਹਾਂ ਸਾਖਤਾਂ ਤੇ ਦੁਰਜਨਾਂ ਦੇ ਸੰਗ ਵਿੱਚ ਜਾ ਕੇ ਉਹਨਾਂ ਦੇ ਕੁਸੰਗ ਦਾ ਕੋਈ ਨਾ ਕੋਈ ਅਸਰ ਆਵੇਗਾ ਹੀ ਆਵੇਗਾ। ਸੰਗ ਕੁਸੰਗੀ ਬਹਿ ਸਕੇ। ਕੁਸੰਗੀਆਂ ਦੇ ਸੰਗ ਵਿੱਚ ਬਹਿਣ ਨਾਲ ਧਰਮ ਰਾਜੇ ਨੇ ਪੁੱਛ ਗਿੱਛ ਕਰਨੀ ਆ, ਉਹਨੇ ਲੇਖਾ ਜੋਖਾ ਪੁੱਛਣਾ ਹੀ ਪੁੱਛਣਾ। ਇਸ ਕਰਕੇ ਤੂੰ ਪਹਿਲਾਂ ਹੀ ਉਹਨਾਂ ਨਾਲੋਂ ਆਪਣੀ ਪ੍ਰੀਤ ਉਲਟਾ ਲੈ। ਜੇ ਉਹਨਾਂ ਦੀ ਸੰਗਤ ਕਰਕੇ ਤੈਨੂੰ ਲੇਖਾ ਦੇਣਾ ਪੈਣਾ, ਤੂੰ ਛੁਟਕ ਨਹੀਂ ਸਕਣਾ, ਤਾਂ ਤੈਨੂੰ ਯਤਨ ਕਰਨਾ ਚਾਹੀਦਾ ਵੀ ਜਿੱਥੇ ਸਾਖਤ ਦਿਸੇ ਦੂਰੋਂ ਹੀ ਵੇਖ ਕੇ ਭੱਜ ਜਾ, ਉਹਨਾਂ ਤੋਂ ਕਿਨਾਰਾ ਕਰ ਲੈ। ਦੂਰ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਜਿਸ ਦੇ ਗੁਰੂ ਨਾਲ ਮਿਲ ਕੇ ਤ੍ਰਿਕੁਟੀ ਛੁੱਟ ਗਈ ਹੈ। ਕਰਤਾ, ਕਿਰਿਆ ਤੇ ਕਰਮ, ਇਹ ਤ੍ਰਿਕੁਟੀ ਹੁੰਦੀ ਹੈ। ਗੁਰੂ ਪਾਤਸ਼ਾਹ ਨਾਲ ਮਿਲ ਕੇ ਜਿਸ ਦੀ ਇਹ ਤ੍ਰਿਕੁਟੀ ਛੁੱਟ ਗਈ ਹੈ, ਕਰਤਾ, ਕਰਮ ਤੇ ਕਿਰਿਆ, ਇਹ ਤਿੰਨ ਚੀਜ਼ਾਂ ਦੀ ਤ੍ਰਿਕੁਟੀ ਹੈ। ਪ੍ਰਮਾਣ ਪਰਮਾਤਾ ਪਰਮੇ, ਗਿਆਨ ਗਿਆਤਾ ਕੇ, ਇਹ ਤ੍ਰਿਕੁਟੀ ਹੈ। ਇਹਨੂੰ ਤ੍ਰਿਪੁਟੀ ਵੀ ਕਹਿੰਦੇ ਆ, ਜਿੱਥੇ ਤਿੰਨ ਚੀਜ਼ਾਂ ਨੇ। ਮੇਰੇ ਹਿਰਦੇ ਵਿੱਚ ਬਿਰਤੀ ਉੱਠੀ ਹੈ, ਉਹਨੂੰ ਕਰਤਾ ਕਹਿੰਦੇ ਨੇ। ਨੇਤਰਾਂ ਰਾਹੀਂ ਨਿਕਲ ਕੇ ਤੁਹਾਡੇ ਤੱਕ ਜਾ ਰਹੀ ਹੈ, ਇਹ ਕਰਮ ਹੈ। ਤੁਹਾਡੇ ਵਿੱਚ ਜਾ ਕੇ ਜਦੋਂ ਇਹ ਬਿਰਤੀ ਮਿਲ ਜਾਏਗੀ ਤਾਂ ਫਿਰ ਉਹ ਕਰਮ ਬਣ ਜਾਏਗੀ। ਕਰਤਾ ਜਦੋਂ ਉੱਠੀ, ਕਰਤਾ ਜਦੋਂ ਨੇਤਰਾਂ ਦੁਆਰਾ ਬਾਹਰ ਗਈ, ਕਿਰਿਆ ਤੁਹਾਡੇ ਵਿੱਚ ਜਾ ਕੇ ਮਿਲ ਗਈ ਤਾਂ ਫਿਰ ਉਹ ਬਣ ਜਾਏਗੀ ਕਰਮ। ਹੁਣ ਬਿਰਤੀ ਨੇ ਉੱਠਣਾ, ਮਲਨ ਭਾਵ ਚ ਉੱਠੇਗੀ,
ਉਹ ਕਰਮ ਤੱਕ ਪਹੁੰਚਦੀ ਮਲਨ ਹੋ ਜਾਏਗੀ। ਉਸੇ ਵਿੱਚ ਜਦੋਂ ਚੇਤਨ ਦਾ ਆਭਾਸ ਪੈਂਦਾ ਫਿਰ ਉਹ ਗਿਆਤਾ ਗਿਆਨ ਤੇ ਗੇ ਦੇ ਰੂਪ ਵਿੱਚ ਤਬਦੀਲ ਹੁੰਦੀ। ਉਸੇ ਨੂੰ ਪ੍ਰਮਾਣ ਪ੍ਰਮਾਤਾ ਪ੍ਰਮੇਯ ਵੀ ਕਹਿ ਦਿੰਦੇ ਨੇ। ਗੁਰੂ ਪਾਤਸ਼ਾਹ ਨਾਲ ਮਿਲ ਕੇ ਜਿਸ ਨੂੰ ਇਹ ਗੱਲ ਸਮਝ ਆ ਗਈ, ਜਿਸ ਦੀ ਇਹ ਤ੍ਰਿਕੁਟੀ ਛੁੱਟ ਗਈ, ਉਹ ਫਿਰ ਮਨਮੁਖ ਤੇ ਸਾਖਤ ਨੂੰ ਵੇਖ ਕੇ ਦੂਰੋਂ ਹੀ ਭੱਜ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਵੀ ਕਿ ਜਿਸ ਨੂੰ ਮੈਂ ਦੇਖ ਰਿਹਾ ਇਹ ਬੰਦਾ ਭੱਦਾ ਹੈ, ਸਾਖਤ ਹੈ, ਆਚਰਣ ਤੋਂ ਡਿੱਗਿਆ ਹੋਇਆ, ਉਹਦੇ ਤੋਂ ਉਸੇ ਵੇਲੇ ਉਹ ਪਾਸਾ ਵੱਟ ਕੇ ਕਿਨਾਰਾ ਕਰ ਲੈਂਦਾ। ਚਲੋ ਇਹਦੇ ਸੰਗ ਵਿੱਚ ਬੈਠਾਂਗੇ, ਆਪਣਾ ਅਸਰ ਦੇਏਗਾ, ਆਪਣੀਆਂ ਗੱਲਾਂ ਸੁਣਾਏਗਾ ਮਨਮੁਖਾਂ ਸਾਖਤਾਂ ਵਾਲੀਆਂ। ਇਹਦੇ ਕੋਲ ਬਹਿ ਕੇ ਸਾਖਤਾਂ ਦੀਆਂ ਗੱਲਾਂ ਸੁਣਨ ਨਾਲੋਂ ਚੰਗਾ ਜਾ ਕੇ ਕਿਤੇ ਇਕਾਂਤ 'ਚ ਰੱਬ ਰੱਬ ਕਰ ਲਈ। ਸਾਨੂੰ ਇਕਾਂਤ ਤੋਂ ਬੜੀ ਘਬਰਾਹਟ ਮਹਿਸੂਸ ਹੁੰਦੀ ਹੈ। ਇਕਾਂਤ ਸਾਨੂੰ ਚੰਗਾ ਨਹੀਂ ਲੱਗਦਾ, ਉਹਦੇ 'ਚ ਅਸੀਂ ਖੜਬੜਾ ਜਾਂਦੇ ਹਾਂ ਇੱਕਦਮ। ਪਿੱਛੇ ਜੇ ਇਕਾਂਤਵਾਸ ਜਦੋਂ ਕੀਤਾ ਜਾਣ ਲੱਗਾ ਸੀ ਲੋਕਾਂ ਨੂੰ, ਬਹੁਤੇ ਲੋਕ ਉਸੇ ਚਿੰਤਾ ਦੇ ਨਾਲ ਵੀ ਅਸੀਂ ਇਕਾਂਤਵਾਸ ਹੋ ਗਏ ਹਾਂ, ਉਸ ਇਕਾਂਤਵਾਸ ਬਿਮਾਰੀ ਨਾਲ ਨਹੀਂ ਮਰੇ, ਉਸੇ ਨਾਲ ਹੀ ਮਰ ਗਏ, ਚਿੰਤਤ ਹੋ। ਇਕਾਂਤ ਵਿੱਚ ਰਹਿਣਾ ਸਾਡੇ ਹਿਰਦੇ 'ਚ ਘਬਰਾਹਟ ਪੈਦਾ ਕਰਦਾ। ਸਾਨੂੰ ਕੋਈ ਨਾ ਕੋਈ ਚਾਹੀਦਾ, ਸੰਗ ਚਾਹੀਦਾ। ਰੱਬ ਦੇ ਪਿਆਰੇ ਸਾਧੂ ਜਨ ਉਹ ਕਹਿੰਦੇ ਜੇ ਕਿਸੇ ਮਨਮੁਖ ਦੇ ਸੰਗ 'ਚ ਬੈਠਣਾ ਉਹਦੇ ਨਾਲੋਂ ਇਕਾਂਤ ਕਈ ਗੁਣਾ ਚੰਗਾ ਹੈ, ਕਿਉਂਕਿ ਉਸ ਇਕਾਂਤ ਵਿੱਚ ਰੱਬ ਨਾਲ ਬਹਿਣ ਦਾ ਸਮਾਂ ਮਿਲਦਾ, ਆਪਣੇ ਆਪ ਨਾਲ ਬੈਠਣ ਦਾ ਸਮਾਂ ਮਿਲਦਾ। ਤੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਿੱਚ ਰੰਗੇ ਹੋਏ ਸਾਖਤਾਂ ਦੇ ਸੰਗ ਵਿੱਚ ਨਹੀਂ ਜਾਂਦੇ, ਉਹਨਾਂ ਨੂੰ ਵੇਖ ਕੇ ਸਗੋਂ ਦੂਰੋਂ ਭੱਜ ਜਾਂਦੇ ਹਨ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਖਤ ਸੰਗ ਨਾ ਜੁਟ ਸੀਰੇ। ਮੈਂ ਹੇ ਪ੍ਰਭੂ ਜੀ, ਹੇ ਕਿਰਪਾਲੂ ਸਾਹਿਬ ਜੀ, ਤੁਹਾਡੇ ਚਰਨਾਂ 'ਚੋਂ ਦਾਨ ਮੰਗਦਾ। ਹੇ ਠਾਕੁਰ ਜੀ, ਮੇਰੇ ਤੇ ਤਰਸ ਕਰੋ, ਦਇਆ ਕਰੋ, ਮੈਨੂੰ ਇਹ ਦਾਨ ਦਿਓ ਕਿ ਮੈਨੂੰ ਸਾਖਤਾਂ ਦੇ ਸੰਗ ਵਿੱਚ ਨਾ ਜੁੜਨਾ ਪਵੇ, ਮੈਨੂੰ ਸਾਖਤਾਂ ਦੀ ਸੰਗਤ ਵਿੱਚ ਨਾ ਜਾਣਾ ਪਵੇ, ਉਹਨਾਂ ਦੀ ਸੰਗਤ ਮੈਨੂੰ ਮਿਲੇ ਹੀ ਨਾ, ਇਹ ਦਾਨ ਦਿਓ ਮਹਾਰਾਜ। ਮੇਰਾ ਮੁਖ ਸਾਖਤ ਸੰਗ ਨਾ ਜੁਟ ਸੀਰੇ, ਸਾਖਤਾਂ ਦੇ ਸੰਗ ਵਿੱਚ ਮੇਰਾ ਮੁਖ ਨਾ ਜੁੜੇ, ਯਾਨੀ ਕਿ ਮੈਂ ਉਹਨਾਂ ਦੀ ਸੰਗਤ ਨਾ ਕਰਾਂ, ਮੈਨੂੰ ਸਾਖਤਾਂ ਦੁਰਜਨਾਂ ਦੀ ਸੰਗਤ ਨਾ ਮਿਲੇ। ਮਹਾਰਾਜ ਮੇਰੇ ਤੇ ਐਸਾ ਤਰਸ ਕਰੋ, ਮੇਰੇ ਤੇ ਐਸੀ ਦਇਆ ਕਰੋ। ਜਨ ਨਾਨਕ ਦਾਸ ਦਾਸ ਕੋ ਕਰਿਓ, ਮੇਰਾ ਮੂਡ ਸਾਧ ਪਗਾਂ ਹੇਠ ਰੁਲਸੀ ਰੇ। ਮਹਾਰਾਜ ਮੇਰੇ ਤੇ ਤਰਸ ਕਰੋ। ਪਾਤਸ਼ਾਹ ਕਹਿੰਦੇ ਮਹਾਰਾਜ ਮੈਨੂੰ ਆਪਣੇ ਦਾਸਾਂ ਦਾ ਦਾਸ ਕਰ ਦਿਓ, ਦਾਸਾਂ ਦਾ ਦਾਸ ਕਰ ਦਿਓ, ਔਰ ਮੇਰੇ ਤੇ ਤਰਸ ਕਰੋ ਕਿ ਮੇਰਾ ਇਹ ਮੂੰਡ ਸਿਰ ਤੁਹਾਡੇ ਜਿਹੜੇ ਸਾਧੂ ਨੇ ਉਹਨਾਂ ਦੇ ਚਰਨਾਂ ਵਿੱਚ ਜੁੜ ਜਾਏ। ਰੁਲ ਜਾਏ ਦਾ ਮਤਲਬ ਹੁੰਦਾ ਹੈ ਉਹਨਾਂ ਦੇ ਚਰਨਾਂ 'ਚ ਹੀ ਰਹੇ, ਸਾਧੂਆਂ ਦੇ ਚਰਨਾਂ ਵਿੱਚ ਰਹੇ, ਗੁਰਸਿੱਖਾਂ ਦੇ ਚਰਨਾਂ ਵਿੱਚ ਰਹੇ, ਯਾਨੀ ਕਿ ਉਹਨਾਂ ਦੇ ਚਰਨਾਂ ਵਿੱਚ ਮੈਂ ਵਿਨਿਮਰਤਾ ਸਹਿਤ, ਹਲੀਮੀ ਸਹਿਤ ਰਹਾ। ਮੇਰੇ ਤੇ ਤਰਸ ਕਰੋ, ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕਰੋ, ਸਾਧ ਸੰਗਤ ਬਖਸ਼।